ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ, ਅੱਜ ਅਸੀਂ ਆਪ ਜੀ ਦੇ ਨਾਲ ਗੁਰਬਾਣੀ ਵਿੱਚ ਆਏ ਹੋਏ ਪਾਵਨ ਸ਼ਬਦਾਂ ਦੀ ਸਰਲ ਅਰਥਾਂ ਦੇ ਵਿੱਚ ਸਾਂਝ ਪਾਉਣ ਲੱਗੇ ਹਾਂ। ਸੋ ਜਿਵੇਂ ਅਸੀਂ ਬਾਣੀ ਵਿੱਚ ਸ਼ਬਦ ਮਾਇਆ, ਮਾਝ, ਮਾਂ ਦਾਤਾ, ਮਾਨ ਸਰੋਵਰ ਤੇ ਮਾਰਕੰਡ ਭਾਵ ਮਾਰਕੰਡਾ, ਐਸੇ ਪਾਵਨ ਸ਼ਬਦ ਮਾਰਫਤ, ਮਾਰਵਾੜ, ਮਾਰੂ, ਇਹਨਾਂ ਦੀ ਸਾਂਝ ਆਪ ਜੀ ਨਾਲ ਪਾਵਾਂਗੇ। ਕੀ ਇਹਨਾਂ ਦੇ ਅਰਥ ਹਨ? ਮਾਇਆ ਭਗਤੀ ਵਿਚਾਰਧਾਰਾ ਵਿੱਚ ਮਾਇਆ ਦਾ ਸੰਕਲਪ ਕਈ ਰੂਪਾਂ ਵਿੱਚ ਨਿਰੂਪਣ ਕੀਤਾ ਮਿਲਦਾ ਹੈ। ਬ੍ਰਹਮ ਦੀ ਅਨੰਤ ਸ਼ਕਤੀ ਨੂੰ ਵੀ ਮਾਇਆ ਆਖਿਆ ਗਿਆ ਹੈ, ਜਿਸ ਦੁਆਰਾ ਉਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ। ਕਈਆਂ ਨੇ ਪ੍ਰਕਿਰਤੀ ਨੂੰ ਮਾਇਆ ਕਿਹਾ, ਪਰੰਤੂ ਵੇਦਾਂਤ ਨੇ ਉਸ ਭਰਮ ਜਾਂ ਅਵਿਦਿਆ ਨੂੰ ਮਾਇਆ ਆਖਿਆ ਜੋ ਜੀਵ ਦੇ ਵਿੱਚ ਭਿੰਨ ਭੇਦ ਪੈਦਾ ਕਰਕੇ ਦੁੱਖਾਂ ਦਾ ਕਾਰਨ ਬਣਦੀ ਹੈ। ਇਸ ਨੂੰ ਉਹਨਾਂ ਅਨਰਵਚਨੀ ਵਿਸ਼ੇਸ਼ਣ ਨਾਲ ਯਾਦ ਕੀਤਾ ਹੈ, ਜਿਸ ਦਾ ਅਰਥ ਹੈ, ਭਾਵ ਹੈ ਕਿ ਇਸ ਦੀ ਵਿਆਖਿਆ ਨਹੀਂ ਹੋ ਸਕਦੀ। ਗੁਰਬਾਣੀ ਵਿੱਚ ਮਾਇਆ ਨੂੰ ਛਲ, ਪ੍ਰਪੰਚ, ਨਾਗਣ ਜਾਂ ਠਗੌਰੀ ਕਹਿ ਕੇ ਇਸ ਦਾ ਲੱਛਣ ਇਹ ਕੀਤਾ ਹੈ, ਜਿਸ ਕਾਰਨ ਜੀਵ ਪਰਮ ਸੱਤ ਪਰਮੇਸ਼ਰ ਤੋਂ ਵਿਛੜ ਕੇ ਸੰਸਾਰਿਕ ਮੋਹ ਚੱਕਰ ਵਿੱਚ ਫਸਦਾ ਹੈ। ਕਿਉਂਕਿ ਸੰਸਾਰਿਕ ਪਦਾਰਥਾਂ ਦਾ ਮੋਹ ਦਵੈਤ ਭਾਵ ਪੈਦਾ ਕਰਦਾ ਹੈ ਤੇ ਮਨੁੱਖ ਨੂੰ ਗਲਤ ਪਾਸੇ ਤੋਰ ਕੇ ਦੁੱਖਾਂ ਵਿੱਚ ਉਲਝਾਉਂਦਾ ਹੈ। ਇਸ ਲਈ ਸਾਰੇ ਸੰਸਾਰ ਨੂੰ ਵੀ ਮਾਇਆ ਕਹਿ ਦਿੱਤਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਆਪਣੀ ਪਾਵਨ ਬਾਣੀ ਵਿੱਚ ਕੇਦਾਰਾ ਰਾਗ ਵਿੱਚ ਫਰਮਾਉਂਦੇ ਹਨ, ਰਜ ਗੁਣ ਤਮ ਗੁਣ ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਾਕ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਅਸੀਂ ਮਾਝ ਸ਼ਬਦ ਬਹੁਤ ਵਾਰੀ ਪੜ੍ਹਦੇ ਹਾਂ। ਜਿਵੇਂ ਮਾਝ ਰਾਗ ਵੀ ਹੈ, ਸੰਪੂਰਨ ਜਾਤ ਦਾ ਰਾਗ ਹੈ। ਇਸ ਦਾ ਵਾਦੀ ਸਾ, ਸੰਵਾਦੀ ਰੇ ਤੇ ਅਨਵਾਦੀ ਗਾ ਹੈ। ਇਸ ਵਿੱਚ ਰੇ, ਮਾ, ਪਾ ਤੇ ਧਾ ਸ਼ੁੱਧ ਲੱਗਦੇ ਅਤੇ ਨੀ ਸ਼ੁੱਧ ਤੇ ਕੋਮਲ ਦੋਹਾਂ ਤਰ੍ਹਾਂ ਦੀ ਲੱਗਦੀ ਹੈ। ਸੁਰ ਤਾਲ ਸਮੂਹ ਦੀ ਲਿਖਤ ਅਨੁਸਾਰ ਸੋਰਠ, ਬਿਲਾਵਲ, ਸਾਰੰਗ, ਧਨਾਸਰੀ ਤੇ ਨਟ ਮਿਲ ਕੇ ਇਹ ਰਾਗ ਬਣਦਾ ਹੈ। ਦਰਅਸਲ ਇਹ ਪੰਜਾਬ ਦਾ ਵਿਸ਼ੇਸ਼ ਰਾਗ ਹੈ। ਇਸ ਦਾ ਪੁਰਾਤਨ ਸੰਗੀਤ ਗ੍ਰੰਥਾਂ ਵਿੱਚ ਚਰਚਾ ਨਹੀਂ ਮਿਲਦਾ। ਗਾਉਣ ਦਾ ਸਮਾਂ ਚੌਥਾ ਪਹਿਰ ਹੈ। ਆਦ ਗ੍ਰੰਥ ਵਿੱਚ ਇਹ ਦੂਜੀ ਥਾਂ ਤੇ ਆਇਆ ਹੈ। ਗੁਰੂ ਪਿਆਰੀ ਸੰਗਤ ਜੀ, ਇਸੇ ਤਰ੍ਹਾਂ ਅਸੀਂ ਮਾਂ ਦਾਤਾ ਸ਼ਬਦ ਵੀ ਪੜ੍ਹਦੇ ਅਤੇ ਸਰਵਣ ਕਰਦੇ ਹਾਂ ਗੁਰਬਾਣੀ ਵਿੱਚ। ਇਖਸ਼ਵਾਂਕ ਬੰਸ ਦੇ ਰਾਜਾ ਯੁਵਨਾਸ਼ਵ ਦਾ ਪੁੱਤਰ ਮਾਂ ਦਾਤਾ ਇੱਕ ਪ੍ਰਸਿੱਧ ਚੱਕਰਵਰਤੀ ਰਾਜਾ ਹੋਇਆ ਹੈ। ਰਵਾਇਤ ਹੈ ਕਿ ਰਾਜੇ ਦੇ ਘਰ ਔਲਾਦ ਨਹੀਂ ਸੀ, ਇਸ ਲਈ ਉਸਨੇ ਰਿਖੀਆਂ ਤੋਂ ਜੱਗ ਕਰਵਾਇਆ। ਰਿਖੀਆਂ ਜੱਗਸ਼ਾਲਾ ਵਿੱਚ ਮੰਤਰ ਪੜ੍ਹਾ ਕੇ ਜਲ ਘੜਾ ਰੱਖਿਆ, ਜਿਸ ਦਾ ਪਾਣੀ ਦੂਸਰੇ ਦਿਨ ਔਲਾਦ ਲਈ ਰਾਣੀ ਨੂੰ ਪੀਣ ਲਈ ਦੇਣਾ ਸੀ।
ਰਾਤ ਨੂੰ ਜੋ ਵਿਨਾਸ਼ਮ ਨੂੰ ਪਿਆਸ ਲੱਗੀ ਤਾਂ ਉਸਨੇ ਖੁਦ ਇਹ ਪਾਣੀ ਪੀ ਲਿਆ, ਜਿਸ ਕਾਰਨ ਰਾਜੇ ਦੇ ਉਦਰ ਤੋਂ ਬੱਚੇ ਦਾ ਜਨਮ ਹੋਇਆ। ਹੁਣ ਇਸ ਨੂੰ ਦੁੱਧ ਕੌਣ ਪਿਲਾਵੇ? ਤਾਂ ਇੰਦਰ ਨੇ ਆਪਣੀ ਉਂਗਲ ਵਧਾ ਕੇ ਕਿਹਾ ਕਿ ਮੈਂ ਕਰਾਂਗਾ। ਇਸ ਕਰਕੇ ਇਸ ਦਾ ਨਾਮ ਮਾਂ ਧਾਤਰੀ ਪੈ ਗਿਆ। ਇਸ ਰਾਜ ਰਿਸ਼ੀ ਦਾ ਤਪ ਸਥਾਨ ਕੈਲਾਸ਼ ਪਰਬਤ ਦੇ ਸਾਹਮਣੇ ਮਾਨ ਸਰੋਵਰ ਝੀਲ ਕਿਨਾਰੇ ਮਾਨਧਾਤਾ ਪਹਾੜ ਤੇ ਹੈ। ਭੱਟ ਲਿਖਦੇ ਹਨ ਕਿ ਇਹ ਵੀ ਪ੍ਰਭੂ ਦੇ ਗੁਣ ਗਾਇਨ ਕਰ ਰਿਹਾ ਹੈ। ਮਾਂ ਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ। ਸੰਗਤ ਜੀ, ਅਸੀਂ ਪਾਵਨ ਸ਼ਬਦ ਮਾਨ ਸਰੋਵਰ ਵੀ ਬਾਣੀ ਵਿੱਚ ਪੜ੍ਹਦੇ ਹਾਂ। ਹਿਮਾਲਾ ਪਰਬਤ ਦੀ ਇੱਕ ਪ੍ਰਸਿੱਧ ਝੀਲ ਜੋ ਕਿ ਤਿੱਬਤ ਵਿੱਚ ਹੈ, ਇਹ 15,000 ਫੁੱਟ ਦੀ ਉਚਾਈ ਤੇ 50-60 ਮੀਲਾਂ ਵਿੱਚ ਫੈਲੀ ਹੋਈ ਹੈ। ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੇ ਇਸ ਦੀ ਰਚਨਾ ਕੈਲਾਸ਼ ਪਰਬਤ ਤੇ ਕੀਤੀ। ਵਾਯੂ ਪੁਰਾਣ ਵਿੱਚ ਇਹ ਲਿਖਿਆ ਹੈ ਕਿ ਜਦੋਂ ਸਮੁੰਦਰ ਨੂੰ ਸੁਰਗ ਤੋਂ ਥੱਲੇ ਸੁੱਟਿਆ ਗਿਆ ਤਾਂ ਉਹ ਸਮੇਰ ਪਰਬਤ ਤੇ ਡਿੱਗ ਕੇ 4 ਝੀਲਾਂ ਦੇ ਰੂਪ ਵਿੱਚ ਵਟ ਗਿਆ। ਇਹ 4 ਝੀਲਾਂ 4 ਦਿਸ਼ਾਵਾਂ ਵਿੱਚ ਹਨ। ਪਹਿਲੀ ਪੂਰਬ ਵਿੱਚ ਅਨਨੋਦ, ਦੂਜੀ ਪੱਛਮ ਵਿੱਚ ਸ਼ਤੋਦ, ਦੂਜੀ ਉੱਤਰ ਵਿੱਚ ਮਹਾਭਾਰਤ ਤੇ ਦੱਖਣ ਵਿੱਚ ਮਾਨਸਰੋਵਰ। ਮਾਨਸਰੋਵਰ ਬਾਰੇ ਇਹ ਵੀ ਰਵਾਇਤ ਹੈ ਕਿ ਉਸ ਦੇ ਕਿਨਾਰੇ ਹੰਸ ਰਹਿੰਦੇ ਹਨ ਜੋ ਮੋਤੀ ਖਾਂਦੇ ਹਨ। ਇਸ ਕਰਕੇ ਧਾਰਮਿਕ ਸਾਹਿਤ ਵਿੱਚ ਰੂਹਾਨੀ ਮੰਡਲ ਜਾਂ ਸਤਸੰਗ ਨੂੰ ਮਾਨਸਰੋਵਰ ਨਾਲ ਉਪਮਾ ਦਿੱਤੀ ਗਈ ਹੈ। ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭੈਰੋ ਰਾਗ ਵਿੱਚ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ, ਸੋ ਬ੍ਰਹਿਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ। ਸਾਧ ਸੰਗਤ ਜੀ, ਇਸੇ ਤਰ੍ਹਾਂ ਅਸੀਂ ਮਾਰਕੰਡ ਭਾਵ ਮਾਰਕੰਡਾ ਸ਼ਬਦ ਵੀ ਪੜ੍ਹਦੇ ਹਾਂ, ਜੋ ਮਾਰਕੰਡਾ ਇੱਕ ਰਿਸ਼ੀ ਹੋਇਆ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐ ਜੀਵ, ਤੂੰ ਕਾਹਦਾ ਮਾਣ ਕਰਦਾ ਹੈ? ਤੇਰੀ ਉਮਰ ਉਸ ਮਾਰਕੰਡੇ ਤੋਂ ਜ਼ਿਆਦਾ ਤਾਂ ਨਹੀਂ? ਜਿਸ ਦੀ ਇੰਨੀ ਉਮਰ ਸੀ, ਉਹਨੇ ਆਪਣੀ ਇੰਨੀ ਜੁਗਾਂ ਦੇ ਜੁਗ ਉਮਰ, ਆਪਣਾ ਸਾਰੀ ਉਮਰ ਕੋਈ ਝੌਂਪੜੀ, ਕੋਈ ਛੰਨ, ਕੋਈ ਕਮਰਾ ਨਹੀਂ ਬਣਾਇਆ। ਆਪਣੀ ਸਾਰੀ ਆਜੂ ਉਸਨੇ ਘਾਹ ਦੀਆਂ ਤਿੜਾਂ ਉਹਦਾ ਪੂਲਾ ਬਣਾ ਕੇ ਆਪਣੇ ਸਿਰ ਤੇ ਰੱਖ ਕੇ ਧੁੱਪ ਛਾਂ ਨੂੰ ਉਸ ਦੇ ਨਾਲ ਆਪਣਾ ਬਚਾਓ ਕਰਕੇ, ਬਾਰਿਸ਼ ਤੋਂ ਬਚਾਓ ਕਰਕੇ, ਇਸੇ ਤਰ੍ਹਾਂ ਹੀ ਉਹਨੇ ਆਪਣੀ ਆਜੂ ਬਤੀਤ ਕੀਤੀ। ਤੂੰ ਵੱਡੇ ਵੱਡੇ ਮਹੱਲ ਲੋਕਾਂ ਨੂੰ ਦੁੱਖ ਦੇ ਕੇ, ਲੋਕਾਂ ਦਾ ਖੂਨ ਪੀ ਕੇ ਬਣਾ ਰਿਹਾ ਹੈ। ਤੂੰ ਉਸ ਮਾਰਕੰਡੇ ਤੋਂ ਵੱਡਾ ਤਾਂ ਨਹੀਂ? ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ। ਇਹ ਮਾਰਕੰਡੇ ਰਿਸ਼ੀ ਦੀ ਉਮਰ ਕਿਵੇਂ ਇੰਨੀ ਲੰਬੀ ਹੋਈ? ਆਪ ਜੀ ਨਾਲ ਟਿਊਕ ਮਾਤਰ ਲਈ ਸਾਂਝ ਪਾਵਾਂਗੇ। ਦੱਸਦੇ ਆ ਕਿ ਇੱਕ ਪੰਡਤ ਦੇ ਘਰ ਬੱਚੇ ਨੇ ਜਨਮ ਲਿਆ। ਜਦੋਂ ਜਨਮ ਲੈਣਾ ਸੀ ਤੇ ਉਹ ਪੰਡਤ ਬੜੇ ਮਿੰਨਤਾਂ ਹਾੜੇ ਤਰਲੇ ਕੱਢਦਾ ਹੈ। ਸੋ ਸ਼ਿਵਜੀ ਮਹਾਰਾਜ ਦੀ ਉਹਨੇ ਬਹੁਤ ਜ਼ਿਆਦੀ ਤਪੱਸਿਆ ਕੀਤੀ। ਸ਼ਿਵਜੀ ਮਹਾਰਾਜ ਕਹਿਣ ਲੱਗੇ ਪੰਡਤ ਨੂੰ ਕਿ ਕੁਛ ਮੰਗ ਲੈ। ਪੰਡਤ ਜੀ ਕਹਿਣ ਲੱਗੇ, ਪੰਡਤਾਣੀ ਜੀ ਕਹਿਣ ਲੱਗੇ, ਸਾਡੇ ਘਰੇ ਔਲਾਦ ਨਹੀਂ ਆ, ਆਪ ਜੀ ਕਿਰਪਾ ਕਰਕੇ ਸਾਨੂੰ ਔਲਾਦ ਬਖਸ਼ੋ। ਇਹ ਮਿਰਕਾਂਡ ਰਿਸ਼ੀ ਜਿਹੜਾ ਇਹ ਮਾਨਸਵਨੀ ਦਾ ਸਪੁੱਤਰ ਮਾਰਕੰਡੇ, ਇਸ ਦੇ ਪਿਤਾ ਦਾ ਨਾਮ ਮਾਨਸਵਨੀ ਸੀ। ਸੋ ਇਹ ਪੰਡਤ ਜਦੋਂ ਸ਼ਿਵਜੀ ਦੇ ਪਾਸੋਂ ਪੁੱਤਰ ਮੰਗਦੇ ਆ, ਪੰਡਤਾਣੀ ਤੇ ਪੰਡਤ, ਤਾਂ ਸ਼ਿਵਜੀ ਮਹਾਰਾਜ ਕਹਿਣ ਲੱਗੇ ਕਿ ਪੁੱਤਰ, ਜੇ ਤਾਂ ਸਪੁੱਤਰ ਲੈਣਾ ਹੈ
ਤਾਂ ਉਸ ਦੀ ਆਜੂ 5 ਸਾਲ ਹੋਵੇਗੀ। ਜੇਕਰ ਕਪੁੱਤਰ ਲੈਣਾ ਹੈ ਉਸ ਦੀ ਬਹੁਤ ਲੰਮੀ ਆਜੂ ਹੋਵੇਗੀ। ਸੋ ਪੰਡਤ ਤੇ ਪੰਡਤਾਣੀ ਸੋਚਾਂ ਵਿੱਚ ਪੈ ਗਏ। ਕਹਿਣ ਲੱਗੇ, ਮਹਾਰਾਜ ਕਪੁੱਤਰ ਮੰਗਦੇ ਹਾਂ ਤੇ ਲੰਮੀ ਆਜੂ ਮੰਗਦੇ ਹਾਂ, ਤੇ ਪਤਾ ਨਹੀਂ ਕਿਹੜੇ ਕਿਹੜੇ ਉਹ ਦੁੱਖ ਸਾਨੂੰ ਦੇਖਣ ਨੂੰ ਮਿਲਣਗੇ, ਉਹ ਕਿਹੜੇ ਕਿਹੜੇ ਦੁੱਖ ਸਾਨੂੰ ਦੇਵੇਗਾ। ਆਪ ਜੀ ਕਿਰਪਾ ਕਰੋ, ਸਪੁੱਤਰ ਹੀ ਦਿਓ, 5 ਸਾਲ ਦੇ ਦਿਓ, ਅੱਗੇ ਫਿਰ ਜਾ ਕੇ ਜਿਵੇਂ ਹੋਵੇਗੀ ਦੇਖੀ ਜਾਵੇਗੀ। ਸੋ ਦੱਸਦੇ ਆ ਕਿ ਜਦੋਂ ਇਹਨਾਂ ਦੇ ਘਰੇ ਪੁੱਤਰ ਪੈਦਾ ਹੋਇਆ, 1 ਸਾਲ ਦਾ ਹੋਇਆ, 2 ਦਾ ਹੋਇਆ, 3 ਦਾ ਹੋਇਆ, 4 ਦਾ ਹੋਇਆ, 5ਵਾਂ ਸਾਲ ਲੱਗ ਗਿਆ ਤੇ ਪੰਡਤ ਤੇ ਪੰਡਤਾਣੀ ਰੋਜ਼ ਹੀ ਸੋਗ ਵਿੱਚ ਡੁੱਬੇ ਰਹਿੰਦੇ ਆ। ਮੋਹ ਪੈ ਗਿਆ ਪੁੱਤਰ ਦੇ ਨਾਲ। ਪਤਾ ਹੈ ਕਿ ਸ਼ਿਵ ਜੀ ਨੇ ਵਰ ਦਿੱਤਾ ਹੈ, ਇਸ ਦੀ ਉਮਰ ਸਾਰੀ 5 ਸਾਲ ਹੈ। ਦਿਨ ਰਾਤ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਕੋਈ ਮਹਾਤਮਾ ਮਿਲ ਗਏ ਇਹਨਾਂ ਨੂੰ, ਉਹ ਪੁੱਛਦੇ ਆ, ਭਾਈ ਇੰਨੀ ਟੈਨਸ਼ਨ ਪਰੇਸ਼ਾਨੀ ਵਿੱਚ ਕਿਉਂ ਹੋ? ਇਹ ਕਹਿੰਦੇ, ਕੀ ਕਰੀਏ ਮਹਾਤਮਾ ਜੀ, ਇਹ ਜੋ ਸਾਡੇ ਘਰ ਪੁੱਤਰ ਪੈਦਾ ਹੋਇਆ, ਇਸ ਦੇ ਥੋੜੇ ਹੀ ਦਿਨ ਬਾਕੀ ਹਨ, ਇਸ ਨੇ ਚੜ੍ਹਾਈ ਕਰ ਜਾਣਾ ਹੈ। ਉਹ ਕਹਿਣ ਲੱਗੇ ਕਿ ਇਹ ਚੜ੍ਹਾਈ ਨਹੀਂ ਕਰੇਗਾ, ਤੁਸੀਂ ਇਸ ਤਰ੍ਹਾਂ ਕਰੋ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਸਾਧੂਆਂ ਨੂੰ, ਮਹਾਤਮਾ ਨੂੰ ਡੰਡੌਤ ਕਰਨ ਦਾ, ਜੀਓ ਆਖਣ ਦਾ, ਨਮਸਕਾਰ ਕਰਨ ਦਾ ਕਿੱਡਾ ਵੱਡਾ ਫਲ ਆ, ਸਾਨੂੰ ਇਸ ਸਾਖੀ ਤੋਂ ਪਤਾ ਚੱਲੇਗਾ। ਦੱਸਦੇ ਆ ਕਿ ਉਹ ਮਹਾਤਮਾ ਦੱਸ ਗਏ ਕਿ ਕੋਈ ਵੀ ਸਾਧੂ ਲੰਘਦਾ ਹੈ ਇਸ ਰਸਤੇ ਤੇ ਖਲੋ ਜਾਓ, ਇਸ ਪੁੱਤਰ ਨੂੰ ਲੈ ਕੇ। ਜਿਹੜਾ ਵੀ ਸਾਧੂ ਲੰਘਦਾ ਹੈ ਉਸ ਨੂੰ ਹੀ ਨਮਸਕਾਰਾਂ ਕਰੀ ਜਾਓ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਕੋਈ ਵੀ ਸਾਧੂ ਲੰਘਦਾ ਹੈ ਉਹ ਪੰਡਤ ਤੇ ਪੰਡਤਾਣੀ ਮੱਥਾ ਟੇਕਦੇ ਆ। ਫਿਰ ਉਹ ਪੁੱਛਦੇ ਆ ਕੀ ਕਾਰਨ। ਫਿਰ ਉਹ ਛੋਟਾ ਜਿਹਾ ਬੱਚਾ 5 ਸਾਲ ਦਾ ਭੱਜ ਕੇ ਮੱਥਾ ਟੇਕਦਾ ਸਾਧੂਆਂ ਨੂੰ। ਹਰ ਇੱਕ ਸਾਧੂ ਥਾਪੜਾ ਦੇ ਕੇ ਕਹਿੰਦਾ ਹੈ, ਜੀਓ ਜੀਓ, ਲੰਮੀ ਉਮਰ ਜੀਓ। ਸੋ ਇਸੇ ਤਰ੍ਹਾਂ ਕਈ ਦਿਨ ਲੰਘ ਗਏ। ਇੱਕ ਦਿਨ ਸਪਤ ਰਿਸ਼ੀ ਭਾਵ 7 ਰਿਸ਼ੀ ਲੰਘ ਰਹੇ ਸਨ ਉਸ ਰਸਤੇ। ਉਹ ਪੰਡਤ ਤੇ ਪੰਡਤਾਣੀ ਭੱਜ ਕੇ ਉਹਨਾਂ ਦੇ ਚਰਨਾਂ 'ਚ ਢਹਿ ਪਏ। ਉਹ ਛੋਟਾ ਜਿਹਾ ਬੱਚਾ ਉਹ ਵੀ ਉਹਨਾਂ ਦੇ ਚਰਨਾਂ 'ਤੇ ਜਾ ਢਹਿ ਪਿਆ। ਪੁੱਛਿਆ, ਕੀ ਕਾਰਨ, ਰੋਂਦੇ ਕਿਉਂ ਹੋ? ਕਹਿਣ ਲੱਗੇ, ਮਹਾਤਮਾ ਇਹ ਜੋ ਸਾਡਾ ਬੱਚਾ ਛੋਟਾ ਜਿਹਾ, ਇਸ ਨੇ ਥੋੜੇ ਦਿਨਾਂ ਤੱਕ ਸਾਡੇ ਪਾਸ ਹੈ, ਮਰ ਜਾਣਾ ਹੈ। ਕਹਿਣ ਲੱਗੇ, ਕੀ ਕਾਰਨ? ਕਹਿਣ ਲੱਗੇ, ਇਹ ਸ਼ਿਵ ਜੀ ਦੀ ਆਰਾਧਨਾ ਕਰਕੇ ਲਿਆ ਸੀ ਤੇ ਸ਼ਿਵ ਜੀ ਮਹਾਰਾਜ ਨੇ ਕਿਹਾ ਹੈ ਕਿ ਇਸ ਦੀ 5 ਸਾਲ ਦੀ ਉਮਰ ਹੈ। ਕਹਿਣ ਲੱਗੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਫਿਰ 7 ਰਿਸ਼ੀ ਜਿਹੜੇ ਆ ਉਸ ਬੱਚੇ ਨੂੰ ਲੈ ਕੇ 3 ਦੇਵਤਿਆਂ ਦੇ ਕੋਲੇ ਵਾਰੀ-ਵਾਰੀ ਗਏ। ਉੱਥੋਂ ਫਿਰ ਸ਼ਿਵ ਜੀ ਨੂੰ ਫਿਰ ਵਾਪਸ ਆਪਣਾ ਦੱਸਣਾ ਪਿਆ ਕਿ ਮੈਂ 5 ਸਾਲ ਜਿਹੜੇ ਆ ਉਹ ਆਪਣੇ ਦਿੱਤੇ ਆ, ਦੁਨਿਆਵੀ 5 ਸਾਲ ਨਹੀਂ ਦਿੱਤੇ। ਕਿਉਂਕਿ ਸ਼ਿਵ ਜੀ ਦੇ 5 ਸਾਲ ਜਿਹੜੇ ਆ ਉਹ ਕਈ ਯੁੱਗ ਬੀਤ ਜਾਣ ਤੇ ਫਿਰ 5 ਸਾਲ ਹੁੰਦੇ ਆ। ਸੋ ਬਹੁਤੀ ਡੂੰਘੀ ਵਿਚਾਰ ਤਾਂ ਦਾਸ ਨਹੀਂ ਕਰ ਸਕਦਾ, ਕਿਉਂਕਿ ਜਿਤਨੀ ਕੋ ਸਤਿਗੁਰੂ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਇਸ ਸਾਖੀ ਤੋਂ ਸਾਨੂੰ ਇਹ ਭਾਵ ਮਿਲਦਾ ਹੈ ਕਿ ਉਹ ਸ਼ਿਵ ਜੀ ਨੇ ਕਿਹਾ, ਬੱਚੇ ਤੂੰ ਨਾਮ ਜਪ, ਜਦੋਂ ਵੀ ਜਮਦੂਤ ਤੈਨੂੰ ਲੈਣ ਆਊ ਭੱਜ ਕੇ ਤੂੰ ਮੇਰੇ ਕੋਲ ਆ ਜਾਵੇਂ। ਸੋ ਇਸੇ ਤਰ੍ਹਾਂ ਹੀ ਹੋਇਆ। ਜਦੋਂ ਵੀ ਜਮਦੂਤ ਲੈਣ ਆਉਂਦਾ ਸੀ, ਬੱਚਾ ਭੱਜ ਕੇ ਸ਼ਿਵ ਜੀ ਮਹਾਰਾਜ ਦੇ ਚਰਨਾਂ ਤੇ ਢਹਿ ਪੈਂਦਾ। ਸੋ ਸ਼ਿਵ ਜੀ ਮਹਾਰਾਜ ਨੇ ਫਿਰ ਜਮਦੂਤ ਨੂੰ ਕਿਹਾ ਸੀ ਕਿ ਇਹ 5 ਸਾਲ ਮੇਰੇ ਹਨ ਤੇ ਮੇਰੇ 5 ਸਾਲ ਤੂੰ ਹਿਸਾਬ ਲਾ ਲਾ ਵੀ ਕਦੋਂ ਹੁੰਦੇ ਆ। ਇਸ ਤਰ੍ਹਾਂ ਫਿਰ ਉਹ ਮਾਰਕੰਡੇ ਰਿਸ਼ੀ ਦੀ ਉਮਰ ਇੰਨੀ ਲੰਬੀ ਹੋਈ ਸੀ।
ਜਿਸ ਨੂੰ ਮਹਾਰਾਜ ਕਹਿੰਦੇ ਮਾਰ ਕੰਡੇ ਤੇ ਕੋ ਅਧਿਕਾਈ, ਬਹੁਤ ਜ਼ਿਆਦੀ ਉਮਰ। ਜਿਨ ਤ੍ਰਿਣ ਧਰ ਮੂੰਡ ਬੁਲਾਏ, ਜਿਨੇ ਤ੍ਰਿਣ ਘਾਹ ਦੇ ਕੁਛ ਤੀਲੇ ਰੱਖ ਕੇ, ਕੁਛ ਮੂਡਾ ਰੱਖ ਕੇ ਮੂੰਡ ਸਿਰ ਤੇ ਬੁਲਾਏ, ਭਾਵ ਉਮਰ ਬਿਤਾਈ ਆਪਦੀ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।